ਨਿਹਾਲ ਸਿੰਘ ਵਾਲਾ ਵਿੱਚ ਪਿਛਲੇ ਕਾਫੀ ਸਮੇਂ ਤੋਂ ਗ੍ਰੀਨ ਸਿਟੀ ਕਲੋਨੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਇੱਕ ਵਾਰ ਫਿਰ ਉਸ ਵੇਲੇ ਗਰਮਾ ਗਿਆ ਜਦੋਂ ਇੱਕ ਪਲਾਟ ਵਿੱਚ ਚੱਲ ਰਹੇ ਕੰਮ ਨੂੰ ਰੁਕਾਉਣ ਲਈ ਕਲੋਨੀ ਅਤੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀ ਪ੍ਰਦੀਪ ਕੁਮਾਰ ਬਿੱਟੂ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇੰਦਰਜੀਤ ਕੁਮਾਰ ਜੌਲੀ ਅਤੇ ਵਿਨੋਦ ਕਾਲਾ ਤੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ। ਉਧਰ ਦੂਜੇ ਪਾਸੇ ਪ੍ਰਧਾਨ ਇੰਦਰਜੀਤ ਗਰਗ ਨੇ ਆਪਣਾ ਪੱਖ ਪੇਸ਼ ਕਰਦਿਆਂ ਆਪਣੇ ਤੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਝੂਠੇ ਤੇ ਬੇਬੁਨਿਆਦ ਕਰਾਰ ਦਿੱਤਾ। ਇਸ ਪੂਰੇ ਮਾਮਲੇ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਦੋਹਾਂ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਉਹਨਾਂ ਕੋਲ ਮੌਜੂਦ ਦਸਤਾਵੇਜ਼ ਲੈ ਕੇ ਸਬੰਧਤ ਮਹਿਕਮੇ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਏਗੀ। ਪੇਸ਼ੇ ਕੈਮਰਾ ਪਰਸਨ ਗਗਨਦੀਪ ਦੇ ਨਾਲ JVS ਟਾਈਮਜ਼ ਲਈ ਨਿਹਾਲ ਸਿੰਘ ਵਾਲਾ ਤੋਂ ਜਗਵੀਰ ਆਜ਼ਾਦ ਦੀ ਵਿਸ਼ੇਸ਼ ਰਿਪੋਰਟ। ਇਹ ਇਸ ਤਰ੍ਹਾਂ ਜੀ, ਸਾਡੀ ਕਲੋਨੀ ਦੀਆਂ ਅਪਰੂਵਡ ਕੰਧਾਂ ਹੀ ਸਾਰੀਆਂ ਬਾਉਂਡਰੀ ਵਾਲ ਬਣੀ ਹੋਈ ਆ। ਕੁਝ ਬੰਦਿਆਂ ਨੇ ਆਪਦੇ ਨਿੱਜੀ ਮਫਾਦਾਂ ਦੀ ਖਾਤਰ ਬਾਹਰ ਕਲੋਨੀ ਤੋਂ ਬਾਹਰਲੇ ਸਸਤੇ ਪਲਾਟ ਲੈ ਕੇ ਮਹਿੰਗੇ ਭਾਅ 'ਤੇ ਵੇਚਣ ਦੀ ਖਾਤਰ ਸਾਡੀ ਕਲੋਨੀ ਦੇ ਕੰਧਾਂ ਨੂੰ ਡਿਸਟਰਬ ਕੀਤਾ ਹੈ। ਕੰਧਾਂ ਤੋੜੀਆਂ ਸਾਡੀ ਕਲੋਨੀ ਨਹੀਂ ਚਾਹੁੰਦੀ ਵੀ ਸਾਡੇ ਕੋਈ ਕੰਧਾਂ ਤੋੜੀ ਜਾਣ ਬਾਉਂਡਰੀ ਵਾਲ। ਸਾਡੀ ਕਲੋਨੀ ਦੀ ਸਾਰੀ ਇਕਮੁੱਠ ਇੱਕੋ ਹੀ ਮੰਗ ਆ ਵੀ ਸਾਡੀਆਂ ਕੰਧਾਂ ਦੁਬਾਰਾ ਕੱਢੀਆਂ ਜਾਣ, ਹੋਏ ਢਾਈਆਂ ਵੀ ਕੋਈ ਸਾਡਾ ਨੁਕਸਾਨ ਨਾ ਹੋਵੇ ਕਲੋਨੀ ਦਾ ਕੱਲ੍ਹ ਨੂੰ ਕੋਈ। ਇਹੀ ਸਾਡੀ ਕਲੋਨੀ ਦੀ ਮੰਗ ਹੈ। ਕੌਣ ਕਰਵਾ ਰਿਹਾ ਜੀ? ਇਹ ਮੰਡੀ ਦੇ ਕੁਝ ਮੋਹਤਵਾਰ ਬੰਦੇ ਆ ਜੀ। ਇੱਕ ਤਾਂ ਇੰਦਰਜੀਤ ਜੌਲੀ, ਉਹਨੇ ਕੰਧਾਂ ਭੰਨੀਆਂ ਆਪਦੀਆਂ। ਇੱਕ ਵਿਨੋਦ ਕੁਮਾਰ ਕਾਲਾ ਜੀ, ਉਹ ਦੋ ਬੰਦਿਆਂ ਨੇ ਬਾਉਂਡਰੀ ਵੱਲ ਭੰਨੀਆਂ। ਉਸ ਦੇ ਵਿਰੁੱਧ ਸਾਡੀ ਕਲੋਨੀ ਬਿਲਕੁਲ ਇਕਜੁੱਟ ਆ। ਹੁਣ ਪੁਲਿਸ ਆਈ ਸੀ ਜੀ, ਕੀ ਕਾਰਵਾਈ ਕੀਤੀ? ਪੁਲਿਸ ਕਹਿੰਦੀ ਆ ਅਸੀਂ ਕਾਗਜ਼ ਪੱਤਰ ਦੇਖਾਂਗੇ ਜੀ, ਫਿਰ ਅਸੀਂ ਅਗਲੀ ਵਾਰ ਕਾਰਵਾਈ ਦੇਖਦੇ ਹਾਂ ਕੀ ਹੁੰਦੀ ਆ। ਤੁਹਾਡੀ ਕੀ ਮੰਗ ਹੈ ਜੀ? ਸਾਡੀ ਮੰਗ ਹੈ ਸਾਡੀ ਬਾਉਂਡਰੀ ਵੱਲ ਦੁਬਾਰਾ ਜਿਸ ਤਰ੍ਹਾਂ ਸੀਗੇ ਪਹਿਲਾਂ ਉਸ ਤਰ੍ਹਾਂ ਹੀ ਕੱਢੀਏ ਜਾਣ। ਲੜਾਈ ਝਗੜਾ ਅਸੀਂ ਬਿਲਕੁਲ ਨਹੀਂ ਚਾਹੁੰਦੇਗੇ। ਅਸੀਂ ਚਾਹੁੰਦੇ ਸਾਡਾ ਕੰਮ ਸ਼ਾਂਤੀ ਨਾਲ, ਜਿਵੇਂ ਸਾਡੀ ਕਲੋਨੀ ਵਸਦੀ ਸੀ ਸਾਡੀ ਕਲੋਨੀ ਉਵੇਂ ਸ਼ਾਂਤੀ ਨਾਲ ਰਹੇ, ਭਾਈਚਾਰਾ ਸਾਡਾ ਉਵੇਂ ਬਰਕਰਾਰ ਰਹੇ। ਅਸੀਂ ਤਾਂ ਭਾਈਚਾਰਾ ਭੰਗ ਨਹੀਂ ਕਰਨਾ ਚਾਹੁੰਦੇ। ਬਿਲਕੁਲ ਬੰਦ ਰਹਿਣੀ ਚਾਹੀਦੀ ਹੈ ਜੀ, ਭਰਤ ਨਹੀਂ ਪੈਣੀ ਚਾਹੀਦੀ ਸੀ। ਅਸੀਂ ਕਹਿੰਦੇ ਕਲੋਨੀ ਦੀ ਕੰਧ ਜਿਵੇਂ ਢਾਹੀ ਵੀ ਆ ਉਹ ਦੁਬਾਰਾ ਕੱਢਣੀ ਚਾਹੀਦੀ ਹੈ। ਹਾਂਜੀ, ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਕਲੋਨੀ ਹੈ ਦਾ ਸਾਰਾ ਭਾਈਚਾਰਕ ਬਣਿਆ ਰਹੇ। ਇਹਦੇ ਨਾਲ ਵੀ ਕੁਛ ਬੰਦੇ ਸਾਨੂੰ ਖਰਾਬ ਕਰ ਰਹੇ ਆ ਨਿੱਜੀ ਤੌਰ 'ਤੇ, ਵੀ ਉਸ ਕਰਕੇ ਸਾਡਾ ਭਾਈਚਾਰਾ ਬਣਿਆ ਰਹੇ। ਸਾਡੇ ਕਲੋਨੀ ਕੰਧਾਂ ਨਾ ਟੁੱਟਣ ਅਤੇ ਉਹ ਆਪਦਾ ਜਿਹੜਾ ਕੰਧਾਂ ਢਾਈਆਂ ਉਹ ਕੰਧਾਂ ਦੁਬਾਰਾ ਕੱਢ ਕੇ ਅਤੇ ਉਹ ਆਪਦਾ ਸਾਰਾ ਕੰਮ ਸਹੀ ਕਰ ਦੇਣ। ਕਿੰਨੇ ਸਮੇਂ ਤੋਂ ਚੱਲ ਰਿਹਾ ਮਸਲਾ ਹੈ? ਸਾਡੀ ਕਲੋਨੀ ਬਣੀ ਤਕਰੀਬਨ 17-18 ਸਾਲ ਹੋ ਗਏ ਜੀ। ਇਹ 5-6 ਸਾਲ ਦਾ ਮਸਲਾ ਚੱਲ ਰਿਹਾ ਹੈ ਵੀ ਇਹ ਜਿਹੜੇ ਥਾਂ ਪਲਾਟ ਸਾਈਡ 'ਤੇ ਲੈ ਕੇ ਉਹ ਕੰਧਾਂ ਢੋਣ ਨੂੰ ਵਿੱਚ ਲਾਉਣ ਨੂੰ ਫਿਰਦੇ। ਅਸੀਂ ਚਾਹੁੰਦੇ ਹਾਂ ਜੋ ਕੰਧਾਂ ਵਿੱਚ ਨਾ ਟਹਿਣ ਅਤੇ ਸਾਡੀ ਕਲੋਨੀ ਦਾ ਭਾਈਚਾਰਕ ਇਸ ਤਰ੍ਹਾਂ ਬਣਿਆ ਰਹੇ ਵੀ ਸਾਡੀ ਕਲੋਨੀ ਨਾ ਵਿਖਰੇ। ਹੁਣ ਪੁਲਿਸ ਮੁਲਾਜ਼ਮ ਆ ਕੇ ਗਏ ਸੀ, ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ? ਪੁਲਿਸ ਮੁਲਾਜ਼ਮ ਆਏ ਸੀਗੇ ਜੀ, ਉਹ ਮੌਕਾ ਦੇਖ ਗਿਆ। SHO ਸਾਹਿਬ ਆਏ ਸੀ, ਨਾਲ ਹੋਰ ਆਏ ਸੀਗੇ ਜੀ। ਉਹ ਦੇਖ ਕੇ ਸਾਨੂੰ ਮੌਕਾ ਚਲੇ ਗਏ। ਉਹ ਕਹਿੰਦੇ ਜਿਹੜੀ ਕਾਰਵਾਈ ਅਸੀਂ ਦੇਖ ਕੇ ਕਾਨੂੰਨ 'ਚ ਕਰ ਦਾਂਗੇ। ਮਾਮਲਾ ਕੁਛ ਨਹੀਂ, ਸਾਰੇ ਸ਼ਹਿਰ ਦੇ ਸਾਡੇ ਰਹਿਨੁਮਾ ਦੇ ਜਾਂ ਮਹੇਸ਼ਿੰਦਰ ਗੈਰਾਂ ਦੇ ਸਭ ਦੇ ਇਹ ਧਿਆਨ 'ਚ ਹੈ। ਸਾਲ ਡੇਢ ਸਾਲ ਦਾ ਇਹ ਮਸਲਾ ਸੀਗਾ। ਅਸੀਂ ਕਾਨੂੰਨੀ ਤਰੀਕੇ ਨਾਲ ਅਤੇ ਭਾਈਚਾਰਕ ਤਰੀਕੇ ਨਾਲ ਇਹਨੂੰ ਸੋਲਵ ਕਰਨਾ ਪਸੰਦ ਕੀਤਾ ਹੈ, ਉਹਨੂੰ ਤਰਜੀਹ ਦਿੱਤੀ ਹੈ। ਲੇਕਿਨ ਕੁਛ ਵਿੱਚ ਸਾਡੇ ਨਿਹਾਲ ਸਿੰਘ ਵਾਲੇ 'ਚ ਇੰਨੀ ਕੁ ਰਾਜਨੀਤਿਕ ਚੱਲ ਪਈ ਜਾਂ ਇੰਨੇ ਕੁ ਇੱਕ ਦੂਜੇ ਦੇ ਵੈਰ ਵਿਰੋਧ ਹੈ, ਬੇਸਲੈਸ, ਜਿਹਦਾ ਕੋਈ ਬੇਸ ਨਹੀਂ ਹੈ, ਉਸ ਦੇ ਤਹਿਤ ਹੀ ਇਹ ਗੱਲਾਂ ਫੈਲਾਈਆਂ ਜਾ ਰਹੀਆਂ। ਔਰ ਜਿਹੜੀ ਅੱਜ ਗੱਲ ਕਰਦੇ ਸੀ ਵੀ ਭਰਤ ਪੈ ਰਹੀ ਹੈ, ਮੈਂ ਤੁਹਾਡੀ ਬਾਈਟ 'ਤੇ ਵੀ ਸੁਣਿਆ ਜਾਂ ਲੋਕਾਂ ਤੋਂ ਵੀ ਸੁਣਿਆ, ਇਹ ਤਕਰੀਬਨ ਪਿਛੇ 10 ਦਿਨਾਂ ਤੋਂ ਲਗਾਤਾਰ ਪੈ ਰਹੀ ਹੈ। ਵੀ ਅੱਜ ਹੀ ਕਿਉਂ ਮਸਲਾ ਬਣਿਆ? ਮਸਲਾ ਕਿਸੇ ਹੋਰ ਪਲਾਟ ਦਾ ਬਣਿਆ ਸੀਗਾ। ਉਸ ਤੋਂ ਬਾਅਦ ਗਾਂਹ ਦੀ ਗਾਂਹ ਫਿਰ ਉਹ ਜਿਹੜੇ ਤਮਾਸ਼ਬੀਨ ਲਾ ਲਓ ਅਤੇ ਜਾਂ ਜਿਹੜੇ ਵਿੱਚ ਆਪਦੀ ਰਾਜਨੀਤਿਕ ਰੋਟੀਆਂ ਜਾਂ ਵਿਰੋਧ ਵਾਲੀਆਂ ਰੋਟੀਆਂ ਸੇਕਦੇ ਹੈ, ਉਹ ਵੀ ਵਿੱਚ ਆ ਜਾਂਦੇ ਹੈ। ਠੀਕ ਨਹੀਂ? ਔਰ ਜਿਹੜੇ ਬੰਦੇ ਤੁਹਾਡੇ ਚੈਨਲ 'ਤੇ ਖੜ੍ਹੇ ਕੋਈ ਸਟੇਟਮੈਂਟ ਦੇ ਰਹੇ ਸੀਗੇ, ਉਹ ਪਿਛਲੇ 2 ਮਹੀਨਿਆਂ ਤੋਂ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਲੱਗੇ। ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਭਾਈਚਾਰਕ ਤਰਜੀਹ ਨੂੰ ਪਹਿਲ ਦਿੱਤੀ ਹੈ। ਉਸ ਸੰਜੀਦਾ ਹੋ ਕੇ ਉਹ ਲੱਗੇ ਹੋਏ ਸੀ। ਔਰ 4 ਬੰਦੇ ਕਲੋਨੀ ਤੋਂ ਬਾਹਰ ਜਿਹੜੇ ਵਸਿੰਦੇ ਹੈ, ਸ਼ਹਿਰ ਦੇ ਮੁਅੱਜ਼ਜ਼ ਹੈ, ਉਹ ਬੰਦੇ ਨਾਲ ਲੱਗੇ ਹੋਏ ਸੀਗੇ। ਉਹਨਾਂ ਦੇ ਵਿੱਚ ਸ਼ਿੰਦਰਪਾਲ ਸਰਪੰਚ, ਸੁਖਦੇਵ ਸਿੰਘ ਸਰਪੰਚ, ਰਜਿੰਦਰ ਕੁਮਾਰ ਗਰਗ ਮੱਝੂਕਿਆਂ ਵਾਲੇ, ਸਾਡੇ ਕ੍ਰਿਸ਼ਨ ਮੈਂਬਰ ਮੱਝੂਕਿਆਂ ਵਾਲੇ ਸਾਬਕਾ ਮੈਂਬਰ ਵਿੱਚ ਉਹ ਸੀਗੇ, ਅਤੇ 4 ਬੰਦੇ ਕਲੋਨੀ ਵਾਲਿਆਂ ਨੇ ਜਿਹੜੇ ਕੋਈ ਬੰਦੇ ਲਾਏ ਸੀ ਉਹ ਸੀ। ਉਹਨਾਂ ਨੇ ਪਿਛਲੇ 7-8 ਦਿਨ ਤੋਂ ਮੈਨੂੰ ਕਿਹਾ ਵੀ ਤੁਹਾਡਾ ਰਾਜੀਨਾਮਾ ਅਸੀਂ ਕਰਾਤਾ, ਲੇਕਿਨ ਅਸੀਂ ਡਿਸਕਲੋਜ਼ 2-4 ਦਿਨਾਂ 'ਚ ਕਰ ਦਿਆਂਗੇ, ਤੁਸੀਂ ਆਪਦਾ ਕੰਮ ਚਲਾ ਲਓ। ਉਹੀ 8-10 ਦਿਨਾਂ ਤੋਂ ਜਦੋਂ ਉਹਨਾਂ ਨੇ ਕਿਹਾ ਉਹ ਅਸੀਂ ਕੰਮ ਚਲਾਇਆ ਹੈ। ਕਾਨੂੰਨੀ ਪੱਖ ਤੋਂ ਤੁਹਾਨੂੰ ਮੈਂ ਸਮਝਾਤਾ। ਮੈਨੂੰ ਪ੍ਰਸ਼ਾਸਨ ਨੇ ਬੁਲਾਇਆ ਸੀ, ਸਰਦਾਰ ਸਾਡੇ SHO ਸਾਹਿਬ ਨਿਹਾਲ ਸਿੰਘ ਵਾਲੇ ਨੇ,
ਉਹਨਾਂ ਨੂੰ ਮੈਂ ਸਾਰਾ ਦੱਸ ਕੇ ਆਇਆ। ਇਹ ਕਲੋਨੀ ਜਿਹੜੇ ਬੰਦੇ ਪ੍ਰਮੋਟ ਕਰਕੇ ਗਏ ਸੀ ਜਾਂ ਇਹਨੂੰ ਕੱਟ ਕੇ ਗਏ ਸੀਗੇ, ਉਹਨਾਂ ਨੇ ਉਦੋਂ ਬਾਅਦ ਇਹਨਾਂ ਬਸ਼ਿੰਦਿਆਂ ਨੇ ਆਪਦੇ ਤੌਰ ਤੇ ਇਹਨੂੰ ਰੈਗੂਲਰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਰੈਗੂਲਰ ਵੀ ਕਰਵਾਈ ਹੈ। ਉਹ 'ਚ ਮੇਰਾ ਵੀ ਕੋੜਾ ਮੋਟਾ ਜਿੰਨਾ ਸਹਿਯੋਗ ਸੀ, ਮੇਰੇ ਸਾਥੀਆਂ ਨੇ ਮੈਨੂੰ ਕਿਹਾ, ਮੈਂ ਉਹ ਪਾਇਆ ਬਤੌਰ ਨਗਰ ਕੌਂਸਲ ਪ੍ਰਧਾਨ ਹੁੰਦੇ। ਬੇਨਿਯਮੀਆਂ ਹੋਣ ਦੇ ਬਾਵਜੂਦ ਵੀ ਅਸੀਂ ਭਾਈਚਾਰੇ ਨੂੰ ਬੜਾਵਾ ਦਿੰਦੇ ਹੁੰਦੇ ਹੋਏ ਵੀ ਸਾਡੇ ਆਪਦੀ ਲੋਕੈਲਿਟੀ ਆਪਦੇ ਭਾਈ ਰਹਿੰਦੇ ਆ, ਅਸੀਂ ਉਹ ਅੱਖੋਂ ਪਰੋਖੇ ਕੀਤਾ। ਲੇਕਿਨ ਇਹ ਜਿਹੜੀ ਕਲੋਨੀ ਹੈ, ਇਹ ਬਾਅਦ 'ਚ ਅਸੀਂ ਵੀ ਜਦੋਂ ਤਹਿਕੀਕਾਤ ਕੀਤਾ, ਕਾਨੂੰਨੀ ਤੌਰ ਤੇ ਮਾਨਤਾ ਲੈਣ ਦੀ ਗੱਲ ਕੀਤੀ ਜਾਂ ਕਾਨੂੰਨੀ ਤੌਰ ਤੇ ਆਪਾਂ ਇੱਕ ਰਾਹ ਅਖਤਿਆਰ ਕਰਾਉਣ ਦੀ ਗੱਲ ਕੀਤੀ ਵੀ ਭਾਈਚਾਰਕ ਦੇ ਨਾਲ ਆਪਾਂ ਕਾਨੂੰਨੀ ਤੌਰ ਤੇ ਵੀ ਜਦੋਂ ਬੰਦਿਆਂ ਦੇ ਵਿੱਚ ਜਿਹੜੇ ਸਾਡੇ ਨਾਲ ਰਹਿੰਦੇ ਸੀਗੇ, ਕਲੋਨੀ ਦੇ ਹੈ ਸਾਡੇ ਨਾਲ ਹੈ, ਉਹ ਕਲੋਨੀ 'ਚ ਰਹਿੰਦੇ, ਉਹਨਾਂ ਨੂੰ ਸਾਰਾ ਮੈਂ ਪੱਖ ਦੱਸਤਾ ਵੀ ਜਦੋਂ ਅਸੀਂ ਪੜਤੋਲ ਕੀਤੀ, ਇਹ ਨਿਹਾਲ ਸਿੰਘ ਵਾਲੇ ਦਾ ਰਕਬਾ ਹੈ ਜਿਹੜੀ ਗਲੀ 'ਚ ਮੈਂ ਲੰਘਦਾ ਤੇ ਕਲੋਨੀ ਅਪਰੂਵ ਕਰਾਈ ਹੈ ਰਣਸੀਂਹ ਕਲਾਂ ਦੇ ਵਿੱਚ। ਇਹ ਗਲਤ ਤਰੀਕੇ ਨਾਲ ਗੇਟ ਲਾ ਲਏ। ਚਲੋ ਲਾ ਲਏ ਗੇਟ, ਹਾਂ ਤੁਸੀਂ ਸ਼ਹਿਰਾਂ 'ਚ ਗਲੀਆਂ 'ਤੇ ਵੀ ਦੇਖੇ ਹੋਣੇ ਗੇਟ ਲਾ ਲੈਂਦੇ ਆ ਵੀ ਤਾਂ ਕਿ ਰਾਤ ਨੂੰ ਚੋਰ ਚੱਕਾ ਨਾ ਆਵੇ, ਕੋਈ ਅਵਾਰਾ ਪਸ਼ੂ ਨਾ ਹੋਣ, ਕੁੱਤੇ ਬਿੱਲੇ ਨਾ ਹੋਣ, ਅਵਾਰਾ ਕੁੱਤੇ ਨਾ ਹੋਣ, ਇਸ ਕਰਕੇ ਲਾ ਲਏ। ਉਸ ਵਾਸਤੇ ਉਹ ਲੱਗੇ ਵੇ ਆ। ਲੇਕਿਨ ਉਸ ਵਾਸਤੇ ਜੇ ਲੰਘਣ ਤੋਂ ਰੋਕਣਗੇ ਤਾਂ ਇਹ ਗੈਰ ਕਾਨੂੰਨੀ ਗੱਲ ਹੈ। ਉਸੇ ਗੈਰ ਕਾਨੂੰਨੀ ਗੱਲ ਕਰਕੇ ਲੱਗੇ ਵੇ ਆ। ਔਰ ਮੈਨੂੰ ਪਤਾ ਨਹੀਂ ਲੱਗਦਾ ਵੀ ਮੋਹਤਵਰ ਬੰਦਿਆਂ ਨੇ 2 ਮਹੀਨਿਆਂ ਦੇ ਵਿੱਚ ਫੈਸਲਾ ਲਿਆ ਹੋਵੇ। ਔਰ ਇਹ ਵੀ ਦੱਸਿਆ ਫੈਸਲਾ ਲੈਣ 'ਚ ਦੇਰੀ ਕਿਉਂ ਹੁੰਦੀ ਸੀ। ਉਹ ਕਹਿੰਦੇ ਕਲੋਨੀ ਵਾਲਿਆਂ ਦੇ ਅਸੀਂ ਵਿਚਾਰ ਲਏ ਸਾਰੇ ਨੇ। ਕਲੋਨੀ ਵਾਲਿਆਂ ਦੇ ਵਿਚਾਰ ਲੈਣ ਤੋਂ ਬਾਅਦ ਉਹ ਕਿਸੇ ਨਤੀਜੇ 'ਤੇ ਪਹੁੰਚੇ ਹੋਣ, ਉਦੋਂ ਬਾਅਦ ਕੀ ਕਾਰਨ ਬਣਿਆ ਇਹ ਤੁਸੀਂ ਕੱਢ ਸਕਦੇ ਹੋ ਜਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਕੀ ਕਾਰਨ ਹੈ। ਅਸੀਂ ਤਾਂ ਉਸ ਦੇ ਵੀ ਨਤਮਸਤਕ ਹੋ ਗਏ ਸੀਗੇ, ਲੇਕਿਨ ਇਹ ਬਾਰ-ਬਾਰ ਸਾਨੂੰ ਜਲੀਲ ਕਰਦੇ ਆ, ਬਦਨਾਮ ਕਰਦੇ, ਹੋਰ ਗੱਲ ਕੁਛ ਨਹੀਂ ਹੈ। ਮੈਂ ਪ੍ਰਸ਼ਾਸਨ ਨੂੰ ਦੱਸ ਕੇ ਆਇਆ ਜੀ, ਕਾਨੂੰਨ ਮੁਤਾਬਕ ਜਿਹੜੀ ਕਾਰਵਾਈ ਹੋਊਗੀ। ਪ੍ਰਸ਼ਾਸਨ ਨੇ ਜਿਹੜਾ ਕੰਮ 2 ਘੰਟਾ ਰੋਕਿਆ ਸੀਗਾ, ਜਦੋਂ ਮੈਂ ਉਹਦਾ ਪੱਖ ਦੱਸਿਆ ਤੇ ਉਹ ਮੇਰੇ ਨਾਲ ਜਾ ਕੇ ਗੇਟ ਤੇ ਜਾ ਕੇ ਕਹਿ ਕੇ ਕੰਮ ਚਲਾ ਕੇ ਆਏ। ਇਸ ਤੋਂ ਪਤਾ ਲੱਗਦਾ ਵੀ ਮੇਰਾ ਪੱਖ ਕਾਨੂੰਨ ਦੇ ਮੁਤਾਬਕ ਜਿਹੜਾ ਸੀਗਾ ਉਹਨਾਂ ਨੇ ਜੱਜ ਕਰ ਲਿਆ। ਤੁਹਾਨੂੰ ਮੈਂ ਦੱਸਤਾ, ਤੁਹਾਨੂੰ ਮੈਂ ਦਿਖਾਇਆ ਸਾਰਾ ਕੁਝ, ਤੁਸੀਂ ਵੀ ਵੇਖ ਲਿਆ ਬਾਖੂਬੀ। ਤੁਸੀਂ ਆਪਦੇ ਤੌਰ ਤੇ ਵੀ ਤਹਿਕੀਕਾਤ ਕਰ ਲਓ ਕਿੱਥੇ ਗਲਤ ਹੈ। ਕੰਮ ਚੱਲ ਰਿਹਾ ਜੀ। ਫਿਰ ਵੀ ਜਿਹੜੇ ਮੈਂ ਮੋਹਤਵਰ ਬੰਦੇ ਲੱਗੇ ਹੈ, ਉਹ ਜੋ ਕੋਈ ਗਾਈਡ ਲੈਣ ਦੇਣਗੇ, ਅਸੀਂ ਉਹਨੂੰ ਵਿਚਾਰ ਕੇ ਫਿਰ ਅਸੀਂ ਵੀ ਗੱਲ ਕਰ ਲਾਂਗੇ, ਕੋਈ ਨਹੀਂ। ਫਿਰ ਹੋਰ ਤੁਹਾਨੂੰ ਮੈਂ ਦੱਸਦਾ ਜੀ ਢਿੱਲੋਂ ਸਾਹਿਬ, ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਜਾ ਵੜੋ, ਕਲੋਨੀ ਐਕਸਟੈਂਸ਼ਨ ਕੀਤੀ ਜਾ ਸਕਦੀ ਹੈ, ਉਹਦੀ ਫਰਦਰ ਐਕਸਪੈਂਡ ਕੀਤੀ ਜਾ ਸਕਦੀ ਹੈ। ਵੱਡੇ ਵੱਡੇ ਸ਼ਹਿਰ ਐਕਸਪੈਂਡ ਹੁੰਦੇ ਆ, ਵੱਡੇ ਵੱਡੇ ਸੈਕਟਰ ਐਕਸਪੈਂਡ ਹੁੰਦੇ ਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਬੰਦੇ ਪ੍ਰਮੋਟਰ ਸੀ ਬਠਿੰਡੇ ਦੇ, ਉਹਨਾਂ ਨੇ ਆਪ ਇੱਕ ਕਲੋਨੀ 12 ਕਿੱਲਿਆਂ ਤੋਂ ਸ਼ੁਰੂ ਕਰਕੇ ਅੱਜ ਉਹੀ ਕਲੋਨੀ 170 ਕਿੱਲਿਆਂ 'ਤੇ ਹੈ। ਸਰਕਾਰ ਦੀ ਮਾਨਤਾ ਪ੍ਰਾਪਤ ਹੁੰਦੀ ਹੈ, ਸਰਕਾਰ ਦੇ ਰੂਲ ਦੇ ਮੁਤਾਬਕ ਉੱਥੇ ਫੰਡ ਜਮ੍ਹਾਂ ਕਰਾਉਣੇ ਹੁੰਦੇ ਆ, ਉਹ ਮਾਨਤਾ ਦਿੰਦੀ ਹੈ। ਇਹ ਕਿਸੇ ਗੱਲ 'ਤੇ ਨਹੀਂ ਆਉਂਦੇ। ਜੇ ਆਉਂਦੇ ਆ ਕੋਈ ਬੰਦੇ ਹੋਰ ਹੁੱਲੜਬਾਜ਼ ਉਹ ਕਰ ਦਿੰਦੇ ਆ। ਮੈਂ ਫੇਰ ਕਹਿੰਦਾ, ਮੇਰਾ ਨਗਰ 'ਚ ਸਾਰਿਆਂ ਨਾਲ ਭਾਈਚਾਰਾ ਹੈ। ਉਹ ਬੇਸ਼ੱਕ ਕਲੋਨੀ ਵਾਲਾ, ਬੇਸ਼ੱਕ ਕਲੋਨੀ ਤੋਂ ਬਾਹਰ ਹੈ। ਮੈਂ ਕਿਸੇ ਭਾਈਚਾਰੇ ਤੋਂ ਬਾਹਰ ਨਹੀਂ ਹੋਇਆ। ਕਾਨੂੰਨ 'ਚ ਸਹੀ ਹੋਣ ਦੇ ਬਾਵਜੂਦ ਅਸੀਂ ਭਾਈਚਾਰੇ ਨੂੰ ਤਰਜੀਹ ਦੇ ਕੇ ਆਪਦੀ ਆਫਰ ਦਿੱਤੀ ਸੀ, ਲੇਕਿਨ ਫਿਰ ਵੀ ਮੇਰੇ 'ਤੇ ਇਹ ਜਾਣ ਬੁੱਝ ਕੇ ਚਿੱਕੜ ਸੜਦੇ ਆ। ਔਰ ਜਿਹੜੇ ਬੰਦੇ ਵਾਈਟ ਦੇਣ ਵਾਲੇ ਸੀਗੇ, ਮੈਂ ਨਾਂ ਨਹੀਂ ਲੈਂਦਾ, ਉਹ ਫੈਸਲਿਆਂ ਦੇ ਵਿੱਚ ਬੈਠੇ ਆ। ਤੁਸੀਂ ਤੱਥਾਂ ਤੋਂ ਆਪਣੇ ਸਾਰੇ ਪੱਖ ਤੋਂ ਤੁਸੀਂ ਕਿਹਾ ਵੀ ਸਹੀ ਹੋ, ਪਰ ਫਿਰ ਵੀ ਅਗਰ ਅਜਿਹਾ ਫਿਰ ਕਰਦੇ ਕਿ ਧੱਕੇਸ਼ਾਹੀ ਜਾਂ ਉਹਨੂੰ ਰੋਕ ਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕੀ ਅਗਲੀ ਫਿਰ ਕਾਨੂੰਨ ਕਾਰਵਾਈ ਕਰੂਗਾ ਜੀ, ਕਾਨੂੰਨੀ ਕਾਰਵਾਈ ਜੋ SHO ਸਾਹਿਬ ਨੇ ਕਿਹਾ ਵੀ ਤੈਨੂੰ ਕੋਈ ਰੋਕ ਟੋਕ ਨਹੀਂ ਕਰਦਾ। ਜੇ ਰੋਕ ਟੋਕ ਰੱਖਦਾ ਤੇ ਫਿਰ ਤਾਂ ਮੇਰੇ ਕੋਲ ਤਾਂ ਮੈਨ ਹੈਂਡਲਿੰਗ ਕਰੂਗਾ, ਹੱਥੋਂ ਪਾਈ ਹੋਊਗਾ, ਕਿਸੇ ਬੰਦੇ ਨਾਲ ਗਲਤ ਤਰੀਕੇ ਨਾਲ ਚੱਲੂਗਾ। ਫਿਰ ਕਾਨੂੰਨ ਤੋਂ ਤਾਂ ਵਿਸ਼ਵਾਸ ਹੀ ਉੱਠ ਗਿਆ ਨਾ। ਹੁਣ ਉਹਨਾਂ ਨੇ ਮੇਰੇ ਕੋਲ ਪੁਲਿਸ ਭੇਜੀ, ਮੇਰੇ ਪਲਾਟ 'ਚ ਪੁਲਿਸ ਭੇਜੀ, ਸਾਡੇ ਬੰਦੇ ਨੇ ਕਾਨੂੰਨ ਦਾ ਮੰਨ ਕੇ ਉਹ ਰੋਕਤਾ ਸੀ। ਤੁਹਾਨੂੰ ਲੱਗਦਾ ਕਿ ਇਸ ਮਸਲੇ ਤੇ ਸਿਆਸਤ ਹੋ ਰਹੀ ਹੈ? ਹੋਣੀ ਚਾਹੀਦੀ ਨਹੀਂ, ਪਰ ਮੇਰੇ ਕੋਲ ਜਿਹੜੀਆਂ ਜ਼ਿੰਮੇਵਾਰ ਬੰਦਿਆਂ ਤੋਂ ਨਹੀਂ ਗੱਲ ਆਈ, ਲੇਕਿਨ ਆਸੇ-ਪਾਸੇ ਕਈ ਬੰਦਿਆਂ ਦੀ ਆਪਸੀ ਰੰਜਿਸ਼ ਹੈ। ਜਿਵੇਂ ਕਾਲੇ ਨਾਲ ਉਹਦੇ 2-4 ਉਹਦੇ ਆਪਦੇ ਨਿੱਜੀ ਪਾਰਟਨਰ ਜਿਹੜੇ ਸੀ, ਨਿੱਜੀ ਉਹਦੇ ਦੋਸਤ ਸੀ, ਉਹਨਾਂ ਦੀ ਰੰਜਿਸ਼ ਹੈ। ਕੋਈ ਹੋਰ ਫਿਰਦੇ ਆ ਉੱਥੇ, ਉਹਨਾਂ ਦੀ ਰੰਜਿਸ਼ ਹੈ। ਮੈਂ ਨਾਂ ਨਹੀਂ ਲੈਣਾ, ਫਿਰ ਮੈਂ ਗੱਲ ਕਿੰਤੂ ਪਰੰਤੂ ਬਣ ਜਾਂਦਾ। ਸਾਡੇ ਕੋਲ ਗੱਲ ਆ ਰਹੀ ਹੈ, ਪ੍ਰਧਾਨ ਜੀ ਤੁਹਾਡੇ ਨਾਲ ਕੋਈ ਰੌਲਾ ਨਹੀਂ। ਇਹੀ ਬੰਦੇ ਜਿਹੜੇ ਰੌਲਾ ਪਾਉਂਦੇ ਸੀਗੇ 5-7 ਦਿਨ ਪਹਿਲਾਂ ਮੇਰੇ ਕੋਲ ਆਏ ਵੀ ਪ੍ਰਧਾਨ ਜੀ ਤੁਹਾਨੂੰ ਕੋਈ ਮੁਆਵਜ਼ਾ ਦੇਣ ਦੀ ਲੋੜ ਨਹੀਂ, ਤੁਹਾਡਾ ਕੰਮ ਕਾਨੂੰਨ 'ਚ ਸਹੀ ਹੈ। ਲੇਕਿਨ ਮੈਂ ਉਹ ਵੀ ਅੱਖੋਂ ਪਰੋਖੇ ਕੀਤੀ। ਮੈਂ ਨਹੀਂ, ਆਪਾਂ ਜ਼ਿੰਮੇਵਾਰ ਬੰਦੇ ਆ ਅਤੇ ਜ਼ਿੰਮੇਵਾਰ ਬੰਦੇ ਲੱਗੇ ਹੋਏ ਆ। ਕੋਈ ਸਾਂਝੇ ਥਾਂ ਫੰਡ ਲੱਗ ਜੂ ਤਾਂ ਵੀ ਕੋਈ ਦਿੱਕਤ ਨਹੀਂ ਹੈ। ਕਿਸੇ ਨੇ ਆਪਦੀ ਨਿੱਜੀ ਜੇਬ 'ਚ ਨਹੀਂ ਪਾਉਣਾ ਉਹ ਫੰਡ ਜਿਹੜਾ ਹੈ, ਠੀਕ ਹੈ ਨਾ ਜੀ। ਮੈਂ ਫਿਰ ਵੀ ਸਤਿਕਾਰ ਕਰਦਾ ਸੀ, ਲੇਕਿਨ ਇਹ ਮੇਰੇ ਤੇ ਬਾਰ-ਬਾਰ ਚਿੱਕੜ ਸੜਦੇ ਬਿਨਾਂ ਗੱਲ ਤੋਂ।